ਅੱਜ ਦਾ ਪੇਪਰ ਡਾਕਟਰ ਪ੍ਰਦੀਪ ਕੌਰ ਜੋ ਕਿ ਗੁਰੂ ਗੋਬਿੰਦ ਸਿੰਘ ਚੇਅਰ ਵਿੱਚ ਰਿਸਰਚ ਐਸੋਸੀਏਟ ਹੈ, ਉਹਨਾਂ ਨੇ ਆਪਣਾ ਪੇਪਰ ਪੇਸ਼ ਕਰਨਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਸਾਲ ਅਸੀਂ ਭਾਈ ਵੀਰ ਸਿੰਘ ਜੀ ਦੀ ਜਨਮ ਸ਼ਤਾਬਦੀ ਮਨਾ ਰਹੇ ਹਾਂ, ਜਿਸ ਨੂੰ ਸਮਰਪਿਤ ਅਸੀਂ ਉਹਨਾਂ ਦੀਆਂ ਰਚਨਾਵਾਂ ਨਾਲ ਸੰਬੰਧਿਤ ਕੁਝ ਕਾਰਜ ਕਰਨ ਦਾ ਸੋਚਿਆ ਹੈ। ਗੁਰਗਿਆਨ ਇੰਸਟੀਚਿਊਟ ਫਾਰ ਹਿਊਮਨ ਕੰਸਰਨਸ ਵੱਲੋਂ ਅਸੀਂ ਇਹ ਇੱਕ ਕਿਸਮ ਦਾ ਸਿਨੋਪਸਿਸ ਆ, ਸਰਵੇਖਣ ਆ, ਜਿਸ ਤੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਜਿਹੜੀਆਂ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਨੇ ਉਹਨਾਂ ਦਾ ਅਸੀਂ ਕੋਈ ਨਾ ਕੋਈ ਅਸੀਂ ਕੱਢਾਂਗੇ ਕਿ ਜਿਹੜੇ ਸਾਡੇ ਹੋਰ ਰਿਸਰਚ ਪੇਪਰ ਤਿਆਰ ਹੋ ਸਕਣ। ਇੱਕ ਕਾਇੰਡ ਦਾ ਇੱਕ ਪ੍ਰੋਜੈਕਟ ਹੈ ਕਿ ਜਿਹਦਾ ਕਿ ਅਸੀਂ ਬਾਅਦ ਵਿੱਚ ਇਹਨੂੰ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ। ਮੇਰਾ ਪੇਪਰ ਹੈ ਜਿਹੜਾ ਇਹ ਸਿਰਫ ਇੱਕ ਸਰਵੇਖਣ ਹੈ, ਜਿਹੜਾ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਜਿੰਨਾ ਵੀ ਸਾਨੂੰ ਕਾਰਜ ਮਿਲਦਾ ਆ ਉਹਨਾਂ ਰਚਨਾਵਾਂ ਦਾ ਸਰਵੇਖਣ ਹੈ। ਸੋ ਮੈਂ ਭਾਈ ਵੀਰ ਸਿੰਘ ਦੀ ਜਿਹੜੀ ਲਾਈਫ ਆ ਉਹਨੂੰ ਸਾਈਡ ਤੇ ਕਰਕੇ ਸਿੱਧਾ ਉਹਨਾਂ ਦਾ ਜਿਹੜਾ ਕੰਮ ਹੈ ਉਹਨਾਂ ਬਾਰੇ ਗੱਲ ਕਰਾਂਗੀ। ਇਹ ਪੇਪਰ ਭਾਈ ਵੀਰ ਸਿੰਘ ਦੇ ਲਿਖਤਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਸਿਧਾਂਤਾਂ ਅਤੇ ਉਹਨਾਂ ਪ੍ਰਤੀ ਸੰਗਤ ਦੇ ਪਿਆਰ ਅਤੇ ਸ਼ਰਧਾ ਨੂੰ ਬਿਆਨ ਕਰਦੀਆਂ ਰਚਨਾਵਾਂ ਦਾ ਸਰਵੇਖਣ ਹੈ। ਇਸ ਪੇਪਰ ਵਿੱਚ ਪਹਿਲਾਂ ਕਾਵਿ ਸੰਗ੍ਰਹਿ, ਨਾਵਲ, ਬਾਲਨ ਸਾਖੀਆਂ, ਕਲਗੀਧਰ ਚਮਤਕਾਰ, ਸੰਪਾਦਿਤ ਕਾਰਜ ਅਤੇ ਕੁਝ ਮਹੱਤਵਪੂਰਨ ਲੇਖਾਂ ਦਾ ਤਰਤੀਬ ਅਨੁਸਾਰ ਸਰਵੇਖਣ ਕੀਤਾ ਗਿਆ ਹੈ। ਲੇਖਕ ਦੇ ਕਾਰਜਾਂ ਦੀ ਵੰਡ ਕਾਲਕ੍ਰਮ ਅਨੁਸਾਰ ਕਰਨ ਦੀ ਬਜਾਏ ਸਾਹਿਤਕ ਰੂਪਾਂ ਦੇ ਆਧਾਰ ਤੇ ਕੀਤੀ ਗਈ ਹੈ, ਜਿਸ ਵਿੱਚ ਪਹਿਲਾਂ ਕਾਵਿ ਸੰਗ੍ਰਹਿ ਲਿਆ। ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਗਈ ਹੈ, ਗੁਰੂ ਸਾਹਿਬਾਨ ਨੇ ਆਪਣੇ ਜੀਵਨ ਅਤੇ ਗੁਰਬਾਣੀ ਵਿੱਚ ਅਕਾਲ ਪੁਰਖ ਦੇ ਗੁਣਾਂ ਦੀ ਵਡਿਆਈ ਨੂੰ ਉੱਚਾ ਦਰਜਾ ਦਿੱਤਾ ਹੈ। ਉਸੇ ਤਰ੍ਹਾਂ ਭਾਈ ਵੀਰ ਸਿੰਘ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹਨਾਂ ਨੇ ਆਪਣੇ ਗੁਰੂ ਦੀ ਵਡਿਆਈ ਨਾਲ ਇਸ ਚੀਜ਼ ਦਾ ਰਚਨਾ ਕੀਤੀ ਹੈ। ਗੁਰੂ ਦੀ ਵਡਿਆਈ ਨਾਲ ਭਰਪੂਰ ਹਨ। ਇਹਨਾਂ ਵਿੱਚ ਇੱਕ ਸਿੱਖ ਦੇ ਅੰਦਰੂਨੀ ਅਨੁਭਵ, ਉਸ ਦੀਆਂ ਭਾਵਨਾਵਾਂ, ਉਸ ਦੀ ਨਜ਼ਰ ਵਿੱਚ ਗੁਰੂ ਦੀ ਵਡਿਆਈ ਅਤੇ ਗੁਰੂ ਦੇ ਗੁਣਾਂ ਨੂੰ ਪੇਸ਼ ਕੀਤਾ ਗਿਆ ਹੈ। ਇਹਨਾਂ ਅਨੁਭਵਾਂ ਨੂੰ ਭਾਈ ਵੀਰ ਸਿੰਘ ਕਦੇ ਇੱਕ ਨਦੀ ਦੀਆਂ ਲਹਿਰਾਂ ਵਿੱਚ ਗੁਰੂ ਦੀ ਛੋਹ ਨਾਲ ਆਏ ਬਦਲਾਅ, ਖੁਸ਼ੀ ਨੂੰ ਪੇਸ਼ ਕਰਦੇ, ਕਦੇ ਕੁਦਰਤੀ ਹੋਰ ਪ੍ਰਤੀਕਾਂ ਰਾਹੀਂ ਹੀ ਗੁਰੂ ਦੇ ਦਰਸ਼ਨਾਂ ਦੀ ਤਾਂਘ ਅਤੇ ਬਿਰਹਾ ਨੂੰ ਪੇਸ਼ ਕਰਦੇ ਹਨ। ਇਸ ਸਭ ਪਿੱਛੇ ਅਧਿਆਤਮਕ ਦਰਸ਼ਨ ਦਾ ਦ੍ਰਿਸ਼ਟੀਕੋਣ ਹੈ, ਜੋ ਭਾਈ ਵੀਰ ਸਿੰਘ ਦੇ ਕਾਵਿ ਸੰਗ੍ਰਹਿ ਦੀ ਵਿਸ਼ੇਸ਼ਤਾ ਅਤੇ ਵਿਲੱਖਣਤਾ ਹੈ। ਇਹਨਾਂ ਦਾ ਜਿਹੜਾ ਕਾਵਿ ਸੰਗ੍ਰਹਿ ਹੈ ਬਹੁਤ ਵਿਸ਼ਾਲ ਹੈ। ਉਹਨਾਂ ਵਿੱਚੋਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਦੋ ਸੰਗ੍ਰਹਿ ਵਿੱਚੋਂ ਸਾਨੂੰ ਕਵਿਤਾਵਾਂ ਮਿਲਦੀਆਂ ਨੇ। ਇੱਕ ਤਾਂ ਹੈਗੇ ਨੇ ਲਹਿਰਾਂ ਦੇ ਹਾਰ ਅਤੇ ਦੂਸਰਾ ਹੈ ਕੰਬਦੀ ਕਲਾਈ। ਲਹਿਰਾਂ ਦੇ ਹਾਰ ਜਿਹੜਾ, ਇਸ ਦੇ ਬਾਰੇ ਮੈਂ ਇਹ ਡਿਟੇਲ ਦੇਣਾ ਮੈਂ ਸਕਿਪ ਕਰੂੰਗੀ ਕਿ ਇਹ ਕਦੋਂ ਪਹਿਲੀ ਵਾਰ ਪ੍ਰਕਾਸ਼ਿਤ ਹੋਏ, ਕਿਉਂਕਿ ਇਹ ਕਵਿਤਾਵਾਂ ਅਲੱਗ-ਅਲੱਗ ਟਾਈਮ ਤੇ ਰਚੀਆਂ ਗਈਆਂ। ਬਾਅਦ ਵਿੱਚੋਂ ਇਹਨਾਂ ਨੂੰ ਇੱਕ ਕਾਵਿ ਸੰਗ੍ਰਹਿ ਵਿੱਚ, ਇੱਕ ਬੁੱਕ ਦੇ ਰੂਪ ਵਿੱਚ ਛਾਪਿਆ ਜਾਂਦਾ ਸੀਗਾ। ਇਹਨਾਂ ਕਵਿਤਾਵਾਂ ਦਾ ਮੁੱਖ ਵਿਸ਼ਾ ਬ੍ਰਹਮੰਡ ਦੇ ਪਿੱਛੇ ਅਣਦਿਸਦੀ ਸ਼ਕਤੀ ਦਾ ਜ਼ਿਕਰ ਹੈ। ਬੇਸ਼ੱਕ ਮਨੁੱਖ ਇਸ ਦ੍ਰਿਸ਼ਟਮਾਨ ਸੰਸਾਰ ਵਿੱਚ ਵਿਚਰਦਾ ਹੈ, ਪਰੰਤੂ ਮਨੁੱਖ ਦੀ ਜਿਹੜੀ ਅੰਦਰੂਨੀ ਖਿੱਚ ਹੈ ਹਮੇਸ਼ਾ ਅਦ੍ਰਿਸ਼ਟਮਾਨ ਸ਼ਕਤੀ ਵੱਲ ਹੀ ਹੁੰਦੀ ਹੈ। ਐਸੇ ਤਾਂਘ ਅਤੇ ਦਰਸ਼ਨਾਂ ਵਿਚਲੇ ਅਨੁਭਵ ਰਹੱਸਮਈ ਹੁੰਦੇ ਹਨ। ਇਹਨਾਂ ਕਵਿਤਾਵਾਂ ਵਿੱਚ ਰਹੱਸਵਾਦੀ ਅਨੁਭਵ ਦੇ ਨਾਲ-ਨਾਲ ਉਸ ਸਮੇਂ ਦੇ ਸਮਾਜਿਕ, ਸਦਾਚਾਰਕ ਅਤੇ ਰਾਜਨੀਤਿਕ ਵਿਚਾਰ ਉੱਭਰਦੇ ਹਨ। ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਜਿਹੜੀਆਂ ਕਵਿਤਾਵਾਂ ਨੇ, ਲਹਿਰਾਂ ਦੇ ਹਾਰ ਵਿੱਚ ਇੱਕ ਤਾਂ ਹੈ ਗੋਦਾਵਰੀ ਦਾ ਗੀਤ ਤੇ ਦੂਸਰਾ ਹੈ ਜਮਨਾ ਕਲਗੀਆਂ ਵਾਲੇ ਦੇ ਦੀਦਾਰ ਦੀ ਸਿੱਕ ਵਿੱਚ। ਤੇ ਜਿਹੜੀ ਗੋਦਾਵਰੀ ਦਾ ਗੀਤ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੋਦਾਵਰੀ ਨਦੀ ਵਿੱਚ ਆਪਣੇ ਚਰਨ ਪਾਏ ਸਨ, ਤਦ ਨਦੀ ਗੁਰੂ ਸਾਹਿਬ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਕੇ ਨਦੀ ਵਿਚਲੇ ਪਾਣੀ ਵਿੱਚ ਪ੍ਰੀਤ ਸੰਗੀਤ ਦੀ ਤਾਰ ਛਿੜ ਪੈਂਦੀ ਹੈ। ਇਹੀ ਨਾਦ ਜਾਂ ਸੰਗੀਤ ਇਸ ਕਵਿਤਾ ਵਿੱਚ ਦਰਜ ਹੈ। ਇਹ ਇੱਕ ਕਿਸਮ ਦਾ ਇੱਕ ਅਨੁਭਵ ਹੈ ਭਾਈ ਵੀਰ ਸਿੰਘ ਦਾ ਕਿ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਆਪਣੇ ਗੁਰੂ ਦੇ ਚਰਨਾਂ ਦੀ ਜਿਹੜੀ ਛੋਹ ਹਾਸਲ ਕਰਕੇ ਇੱਕ ਸਿੱਖ ਦੇ ਅੰਦਰ ਕਿੱਦਾਂ ਦੇ ਵਲਵਲੇ ਹੁੰਦੇ ਹਨ, ਉਸ ਨੂੰ ਐਕਸਪਲੇਨ ਕੀਤਾ ਹੋਇਆ। ਇਹ ਨਦੀ, ਗੋਦਾਵਰੀ ਨਦੀ ਦਾ ਇੱਕ ਪ੍ਰਤੀਕ ਲੈ, ਕੁਦਰਤੀ ਪ੍ਰਤੀਕ ਲੈ ਕੇ। ਇਸੇ ਤਰ੍ਹਾਂ ਜਮਨਾ ਕਲਗੀਆਂ ਵਾਲੇ ਦੇ ਦੀਦਾਰ ਦੀ ਸਿੱਕ ਵਿੱਚ ਇੱਕ ਲੰਮੀ ਕਵਿਤਾ ਹੈ ਜੋ ਗੁਰੂ ਗੋਬਿੰਦ ਸਿੰਘ ਵੱਲੋਂ ਪਾਉਂਟਾ ਸਾਹਿਬ ਵਿਖੇ ਰੁਕਣ ਸਮੇਂ ਨਾਲ ਸੰਬੰਧਿਤ ਹੈ ਕਿ ਉੱਥੇ ਗੁਰੂ ਸਾਹਿਬ ਦਾ ਕਿਵੇਂ ਦਾ ਜਿਹੜੀ ਸਿੱਖ ਸੰਗਤ ਸੀ ਉਹਨਾਂ ਨਾਲ ਕਿਵੇਂ ਪਿਆਰ ਸੀ, ਉਹ ਕਿਵੇਂ ਦਾ ਫੀਲ ਕਰਦੇ ਸੀ, ਉਸ ਚੀਜ਼ ਨੂੰ ਐਕਸਪਲੇਨ ਕੀਤਾ ਹੈ। ਇਹਨਾਂ ਕਵਿਤਾਵਾਂ ਵਿੱਚ ਕਵੀ ਵੱਲੋਂ ਕੁਦਰਤੀ ਪ੍ਰਤੀਕਾਂ ਰਾਹੀਂ ਇੱਕ ਸਿੱਖ ਦੇ ਅੰਦਰਲੇ ਅਨੁਭਵਾਂ ਅਤੇ ਭਾਵਨਾਵਾਂ ਨੂੰ ਪੇਸ਼ ਕੀਤਾ ਹੈ ਕਿ ਇੱਕ ਸਿੱਖ ਜਦੋਂ ਉਹ ਆਪਣੇ ਗੁਰੂ ਦੀ ਛੋਹ ਹਾਸਲ ਕਰਦਾ ਹੈ ਤਾਂ ਉਸ ਦੇ ਅੰਦਰੂਨੀ ਵਲਵਲੇ ਕਿਵੇਂ ਦੇ ਹੁੰਦੇ ਹਨ। ਉਸ ਗੁਰੂ ਦੀ ਚਰਨ ਛੋਹ ਹਾਸਲ ਕਰਨਾ, ਜਿਸ ਦੀ ਵਡਿਆਈ ਜਾਂ ਗੁਣਗਾਨ ਸਿੱਖ ਦਿਨ ਰਾਤ ਕਰਦਾ ਹੈ। ਇਹ ਰਚਨਾ ਕਵੀ ਦੀ ਰੂਹਾਨੀ ਉੱਚਤਾ ਅਤੇ ਅੰਦਰੂਨੀ ਰਹੱਸ ਨਾਲ ਭਰਪੂਰ ਹੈ। ਇਸੇ ਤਰ੍ਹਾਂ ਕੰਬਦੀ ਕਲਾਈ, ਇਸ ਵਿੱਚ ਗੁਰੂ ਨਾਲ ਸੰਬੰਧਿਤ, ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਅਣਗਿਣਤ ਕਵਿਤਾਵਾਂ ਹਨ, ਜਿਨ੍ਹਾਂ ਦੀ ਲਿਸਟ ਮੈਂ ਇਸ ਪੇਪਰ ਵਿੱਚ ਦਿੱਤੀ ਹੋਈ ਹੈ, ਤੁਸੀਂ ਚੈੱਕ ਕਰ ਸਕਦੇ ਹੋ। ਤੇ ਇਹਨਾਂ ਦਾ ਜਸਟ ਮੈਂ ਜਿਹੜਾ ਕਿ ਕਨਕਲੂਜਨ ਹੈ ਜੀ, ਕੀ ਥਾਟ ਇਹਦੇ ਵਿੱਚੋਂ ਨਿਕਲ ਜਾਊਗਾ, ਉਹ ਜਸਟ ਐਕਸਪਲੇਨ ਕਰਾਂਗੀ। ਇਹ ਬਹੁਤ ਲੰਬੀ ਲਿਸਟ ਹੈ, ਤੁਸੀਂ ਇਹ ਪੇਪਰ 'ਚੋਂ ਦੇਖ ਲੈਣਾ। ਇਹਨਾਂ ਕਵਿਤਾਵਾਂ ਵਿੱਚ ਭਾਈ ਵੀਰ ਸਿੰਘ ਵੱਲੋਂ ਆਪਣੇ ਗੁਰੂ ਦੇ ਦੀਦਾਰ ਹਿੱਤ ਪ੍ਰੇਮੀ ਦੀਆਂ ਬਿਰਹੋਂ ਵਿੱਚ ਕੀਤੀਆਂ ਬੇਨਤੀਆਂ ਦਾ ਜ਼ਿਕਰ ਕੀਤਾ ਹੈ, ਕਿਵੇਂ ਉਹ ਪ੍ਰੇਮ ਵਸ ਹੋ ਕੇ ਪ੍ਰੀਤਮ ਦੇ ਪਰਛਾਵੇਂ ਵਿੱਚ ਰਹਿਣ ਦੀ ਇੱਛਾ ਰੱਖਦਾ ਹੈ।
इस अवस्था ਨੂੰ ਕਵੀ ਗੁਰੂ ਦੇ ਨਾਮ ਵਿੱਚ ਰੰਗੇ ਹੋਏ ਪ੍ਰੇਮੀ ਦੀ ਮਨੋਸਥਿਤੀ ਕਹਿੰਦਾ ਹੈ ਜੋ ਦੀਦਾਰ ਲਈ ਤਤਪਰ ਹੈ। ਜਿਵੇਂ ਗੋਦਾਵਰੀ ਜਮਨਾ ਨਦੀ, ਇਸ ਵਿੱਚ ਵੀ ਗੋਦਾਵਰੀ ਤੇ ਜਮਨਾ ਨਦੀ ਨਾਲ ਸੰਬੰਧਿਤ ਕਵਿਤਾਵਾਂ ਆਈਆਂ ਨੇ। ਵਿੱਚ ਗੁਰੂ ਸਾਹਿਬ ਵੱਲੋਂ ਭਾਈ ਚਰਨਾਂ ਦੀ ਛੋਹ ਨੂੰ ਬਿਆਨਣਾ, ਪੰਜਾਬ ਦੀ ਧਰਤੀ ਵੱਲੋਂ ਬਿਰਹਾ ਵਿੱਚ ਮੁੜ ਦਰਸ਼ਨ ਦੀ ਕੀਤੀ ਬੇਨਤੀ, ਸਾਧ ਸੰਗਤ ਵੱਲੋਂ ਦਰਸ਼ਨਾਂ ਦੀ ਤਾਂਘ, ਪੀਰ ਬੁੱਧੂ ਸ਼ਾਹ ਦੀ ਅਰਜ਼ੋਈ, ਮੀਰ ਸ਼ਿਕਾਰ ਦਾ ਪ੍ਰੇਮ, ਪੰਡਤ ਸ਼ਿਵਦਤ ਦਾ ਬਿਰਹਾ, ਫਤਿਹ ਚੰਦ ਤੇ ਰਾਣੀ ਦਾ ਬਿਰਹਾ, ਜਦੋਂ ਗੁਰੂ ਸਾਹਿਬ ਪਟਨਾ ਸਾਹਿਬ ਤੋਂ ਚੱਲਦੇ ਨੇ ਉਸ ਟਾਈਮ ਦਾ ਇਹ ਬਿਰਹਾ ਬਿਆਨ ਕੀਤਾ ਹੈ। ਅਤੇ ਭਾਈ ਪ੍ਰੀਤਮ ਸਿੰਘ ਦਾ ਬਿਰਹਾ ਆਦਿ ਦਾ ਵਰਣਨ ਕੀਤਾ ਹੈ। ਇਸ ਤਾਂਘ, ਬਿਰਹਾ ਜਾਂ ਪ੍ਰੇਮ ਨੂੰ ਕਵਿਤਾ ਦੇ ਰੂਪ ਵਿੱਚ ਬਿਆਨ ਕਰਨ ਲਈ ਕਵੀ ਦੀ ਆਪਣੀ ਮਨੋਸਥਿਤੀ ਕਿਸ ਪੱਧਰ ਤੱਕ ਹੈ ਗੁਰੂ ਨਾਲ ਜੁੜੀ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਨਦੀ ਦੀਆਂ ਲਹਿਰਾਂ ਵਿੱਚ ਤਾਂਘ ਨੂੰ ਦੇਖਣਾ ਇਹ ਕਵੀ ਦੇ ਆਪਣੇ ਮਨ ਦੇ ਵਲਵਲੇ ਹਨ। ਇਹ ਰਹੱਸਮਈ ਵਰਤਾਰਾ ਹੈ ਆਪਣੇ ਅੰਦਰੂਨੀ ਪਿਆਰ, ਤਾਂਘ ਅਤੇ ਗੁਰੂ ਪ੍ਰਤੀ ਸਮਰਪਣ ਦਾ। ਇਹਨਾਂ ਕਵਿਤਾਵਾਂ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਖਸੀਅਤ ਅਤੇ ਸਿੱਖ ਜਗਤ ਦੇ ਨਾਲ ਨਾਲ ਭਾਈ ਵੀਰ ਸਿੰਘ ਦੇ ਅੰਦਰੂਨੀ ਪ੍ਰਾਪਤੀਆਂ ਦਾ ਪੱਖ ਵੀ ਉਭਰਦਾ ਹੈ। ਇਹ ਸੱਚੇ ਗੁਰਮੁਖਾਂ ਦੀਆਂ ਉਦਾਹਰਨਾਂ ਸਾਬਿਤ ਹੁੰਦੀਆਂ ਹਨ, ਕਿਵੇਂ ਇੱਕ ਗੁਰਮੁਖ ਗੁਰੂ ਦੇ ਦਰਸ਼ਨਾਂ ਦੀ ਤਾਂਘ ਵਿੱਚ ਆਨੰਦਮਈ ਹੁੰਦਾ ਹੈ ਅਤੇ ਗੁਰੂ ਕੋਲੋਂ ਉਸ ਦੀਆਂ ਗਲਤੀਆਂ ਬਖਸ਼ਾਉਣ ਦੀ ਬੇਨਤੀ ਕਰਦਾ ਹੈ ਤੇ ਗੁਰੂ ਦੇ ਦੀਦਾਰ ਦੀ ਮਿਹਰ ਮੰਗਦਾ ਹੈ। ਭਾਈ ਵੀਰ ਸਿੰਘ ਵੱਲੋਂ ਉਹਨਾਂ ਗੁਣਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਸਦਕਾ ਗੁਰੂ ਸਾਹਿਬ ਦਾ ਮਿਲਾਪ ਜਾਂ ਉਹਨਾਂ ਦੀ ਮਿਹਰ ਭਰੀ ਨਜ਼ਰ ਨਸੀਬ ਹੋ ਸਕਦੀ ਹੈ। ਇਹ ਦਰਸ਼ਨ ਖੁੱਲੀਆਂ ਅੱਖਾਂ ਨਾਲ ਨਹੀਂ ਸਗੋਂ ਅੰਦਰੂਨੀ ਅੱਖਾਂ ਖੁੱਲਣ ਨਾਲ ਹੈ, ਜੋ ਅੰਦਰੂਨੀ ਵਿਕਾਸ ਸਦਕਾ ਹੀ ਮਹਿਸੂਸ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਹ ਕਵਿਤਾਵਾਂ ਗੁਰੂ ਸਾਹਿਬ ਦੀ ਸ਼ਖਸੀਅਤ, ਗੁਰੂ ਸਾਹਿਬ ਦੇ ਸਰੀਰਕ ਗੁਣਾਂ, ਉਹਨਾਂ ਦੀ ਬਹਾਦਰੀ, ਗੁਰੂ ਸਾਹਿਬ ਵੱਲੋਂ ਆਪਾ ਅਤੇ ਆਪਣੇ ਬੱਚੇ ਵਾਰਨ ਦੀ ਜਿਹੜੀ ਮਹਿਮਾ, ਗੁਣਵਾਨ ਵਿਅਕਤੀਤਵ, ਉਹਨਾਂ ਦਾ ਖਾਲਸਾ ਸਾਜਣ ਦੀ ਮਹਿਮਾ, ਗੁਰਮਤਿ ਦਰਸ਼ਨ ਅਤੇ ਗੁਰਮਤਿ ਸਿਧਾਂਤਾਂ ਆਦਿ ਪੱਖਾਂ ਨੂੰ ਜਿਹੜੀਆਂ ਕਵਿਤਾਵਾਂ ਨੇ ਬਿਆਨ ਕਰਦੀਆਂ ਹਨ। ਇਹ ਕਾਵਿ ਸੰਗ੍ਰਹਿ ਕੰਪਲੀਟ ਕੀਤਾ। ਹੁਣ ਇਸ ਤੋਂ ਬਾਅਦ ਜਿਹੜਾ ਨਾਵਲ ਭਾਈ ਵੀਰ ਸਿੰਘ ਵੱਲੋਂ 4 ਨਾਵਲਾਂ ਦੀ ਰਚਨਾ ਕੀਤੀ ਗਈ ਹੈ। ਬੇਸ਼ੱਕ ਸਿੱਧੇ ਤੌਰ ਤੇ ਇਹਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਨਹੀਂ ਲਿਆ ਗਿਆ, ਪਰ ਇਹ ਜਿਹੜੇ ਇਹ ਨਾਵਲ ਨੇ ਇਹ ਉਸ ਸਮੇਂ ਨੂੰ ਜਾਂ ਗੁਰੂ ਸਾਹਿਬ ਵੱਲੋਂ ਜਿਹੜਾ ਖਾਲਸਾ ਪੰਥ ਸਾਜ ਕੇ ਜੋ ਸਿੰਘ ਸਿੰਘਣੀਆਂ ਨੂੰ ਸਿਧਾਂਤ ਬਖਸ਼ੇ ਸਨ ਉਹਨਾਂ ਨੂੰ ਐਕਸਪਲੇਨ ਕਰਦੇ ਨੇ, ਉਹਨਾਂ ਦਾ ਇੱਕ ਵਿਹਾਰਕ ਰੂਪ ਹੈ। ਭਾਈ ਵੀਰ ਸਿੰਘ ਵੱਲੋਂ ਨਾਵਲਾਂ ਦੀ ਰਚਨਾ ਸਿੱਖ ਇਤਿਹਾਸ ਦੀ ਪੇਸ਼ਕਾਰੀ ਲਈ ਕੀਤੀ ਗਈ ਮਹਿਸੂਸ ਹੁੰਦੀ ਹੈ। ਬੇਸ਼ੱਕ ਲੇਖਕ ਵੱਲੋਂ ਨਾਵਲਾਂ ਦੇ ਪਾਤਰ ਮਨ ਘੜਤ ਰੱਖੇ ਗਏ ਹਨ, ਪਰੰਤੂ ਇਹਨਾਂ ਨਾਵਲਾਂ ਨੂੰ ਪੜ੍ਹਦਿਆਂ ਇਹ ਕਹਿਣਾ ਅਤੇ ਸਮਝਣਾ ਮੁਸ਼ਕਿਲ ਹੈ ਕਿ ਇਹ ਨਾਵਲ ਸਿੱਖ ਇਤਿਹਾਸ ਦੇ ਸੱਚੇ ਪਾਤਰਾਂ ਦਾ ਜ਼ਿਕਰ ਨਹੀਂ ਹੈ। ਇਹਨਾਂ ਨਾਵਲਾਂ ਨੂੰ ਧਾਰਮਿਕ ਇਤਿਹਾਸਕ ਨਾਵਲਾਂ ਵਜੋਂ ਜਾਣਿਆ ਜਾਂਦਾ ਹੈ। ਭਾਈ ਵੀਰ ਸਿੰਘ ਇਹਨਾਂ ਨਾਵਲਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਥਾਪੇ ਆਦਰਸ਼ਕ ਸਿੱਖ ਪਾਤਰਾਂ ਦਾ ਰੂਪ ਦਿਖਾਉਂਦੇ ਹਨ। ਮਰਦਾਂ ਅਤੇ ਇਸਤਰੀਆਂ ਨੂੰ ਆਪਣੇ ਧਰਮ ਵਿੱਚ ਪੱਕੇ ਅਤੇ ਬਹਾਦਰ ਗੁਣਾਂ ਵਿੱਚ ਭਰਪੂਰ ਪੇਸ਼ ਕੀਤਾ ਹੈ, ਜਿਵੇਂ ਸੁੰਦਰੀ, ਸ਼ੀਲ ਕੌਰ, ਸਤਵੰਤ ਕੌਰ ਬਹਾਦਰ ਇਸਤਰੀਆਂ ਅਤੇ ਸਿਧਾਂਤਾਂ ਵਿੱਚ ਪੱਕੇ ਰਹਿਣ ਵਾਲੀਆਂ ਹਨ। ਬੇਸ਼ੱਕ ਇਹਨਾਂ ਦੇ ਹਾਲਾਤ ਵੱਖੋ ਵੱਖਰੇ ਸਨ। ਇਸੇ ਤਰ੍ਹਾਂ ਬਲਵੰਤ ਸਿੰਘ, ਵਿਜੇ ਸਿੰਘ, ਇਹਨਾਂ ਨੂੰ ਇੱਕ ਬਹਾਦਰ ਪਾਤਰ ਵਜੋਂ ਪੇਸ਼ ਕੀਤਾ ਹੈ। ਸੁੰਦਰੀ ਨਾਵਲ, ਇਸ ਨਾਵਲ ਦੇ ਭਾਈ ਵੀਰ ਸਿੰਘ ਵੱਲੋਂ ਗੁਰੂ ਸਾਹਿਬਾਨ ਦੁਆਰਾ ਬਖਸ਼ੀ ਨਵੀਂ ਰੂਹ ਅਤੇ ਗੁਰੂ ਗੋਬਿੰਦ ਸਿੰਘ ਵੱਲੋਂ ਖਾਲਸੇ ਦੀ ਸਥਾਪਨਾ ਕਰਕੇ ਸਿੰਘਾਂ ਸਿੰਘਣੀਆਂ ਨੂੰ ਬਖਸ਼ੀ ਸਿਧਾਂਤਮਈ ਅਤੇ ਬਹਾਦਰੀ ਦੀ ਜ਼ਿੰਦਗੀ ਨੂੰ ਆਪਣੀ ਲਿਖਤ ਦੁਆਰਾ ਮੁੜ ਸਿਰਜਿਤ ਕਰਨ ਦਾ ਯਤਨ ਸੀ। ਇਹ ਨਾਵਲ ਸਿਰਫ ਇੱਕ ਨਾਵਲ ਨਹੀਂ ਹੈ, ਸਗੋਂ ਇਸ ਵਿੱਚ ਇਤਿਹਾਸ ਅਜਿਹੇ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਿ ਸਿੱਖਾਂ ਅੱਗੇ ਉਹਨਾਂ ਦਾ ਪਿਛੋਕੜ ਸਾਹਮਣੇ ਆ ਸਕੇ, ਤਾਂ ਕਿ ਮਰਦ ਇਸਤਰੀਆਂ ਉਸ ਰੂਪ ਨੂੰ ਧਾਰ ਸਕਣ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਥਾਪਨਾ ਨਾਲ ਬਖਸ਼ਿਆ ਸੀ। ਜਿਵੇਂ ਇੱਕ ਇਸਤਰੀ ਵੱਲੋਂ ਆਪਣੇ ਸਿਧਾਂਤਾਂ ਤੇ ਪੱਕੇ ਰਹਿਣਾ ਅਤੇ ਗੁਰਬਾਣੀ ਨੂੰ ਆਪਣਾ ਓਟ ਆਸਰਾ ਮੰਨਣਾ। ਸੁਰਸਤੀ ਜੋ ਬਾਅਦ ਵਿੱਚ ਸੁੰਦਰ ਕੌਰ ਬਣੀ, ਮੁਗਲ ਅਫਸਰਾਂ ਦੇ ਚੁੰਗਲ ਵਿੱਚ ਜਦੋਂ ਫਸੀ ਹੋਈ ਉਹਨੂੰ ਇਹ ਲੱਗਦਾ ਹੈ ਕਿ ਮੇਰਾ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਹੈ, ਉਹ ਆਪਣੇ ਧਰਮ ਨੂੰ ਪੱਕਾ ਰੱਖਣ ਦੇ ਲਈ ਇੱਕ ਅੱਗ ਦੇ ਉੱਪਰ ਬੈਠਦੀ ਹੈ ਤੇ ਜਪਜੀ ਸਾਹਿਬ ਦਾ ਪਾਠ ਕਰਦੀ ਹੈ। ਭਾਵ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰਨਾ ਉਹ ਜ਼ਿਆਦਾ ਵਧੀਆ ਸਮਝਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥਾਪਿਆ ਕਿ ਹਰ ਮੁਸ਼ਕਿਲ ਘੜੀ ਵਿੱਚ ਤੁਸੀਂ ਗੁਰੂ ਸਾਹਿਬ ਦਾ ਓਟ ਆਸਰਾ ਲੈਣਾ ਹੈ। ਦੂਜਾ, ਇਸ ਨਾਵਲ ਵਿੱਚੋਂ ਸਿੱਖਾਂ ਦੇ ਕਿਰਦਾਰ ਉੱਭਰਦੇ ਹਨ। ਸਿੱਖ ਗੁਰੂ ਸਾਹਿਬ ਦੁਆਰਾ ਪੈਦਾ ਕੀਤੇ ਸਿੰਘ ਕਿਸੇ ਨਾਲ ਹੁੰਦਾ ਅਤਿਆਚਾਰ ਨਹੀਂ ਬਰਦਾਸ਼ਤ ਕਰਨਗੇ, ਭਾਵੇਂ ਉਹਨਾਂ ਨੂੰ ਆਪਣਾ ਆਪ ਕੁਰਬਾਨ ਕਰਨਾ ਪਵੇ। ਤੀਜਾ, ਸਿੰਘਾਂ ਕੋਲ ਇਸਤਰੀਆਂ ਆਪਣੇ ਆਪ ਨੂੰ ਮਹਿਫੂਜ਼ ਸਮਝਣਗੀਆਂ, ਚਾਹੇ ਉਹ ਕਿਸੇ ਵੀ ਧਰਮ ਦੀਆਂ ਹੋਣ। ਇਹ ਗੁਰੂ ਸਾਹਿਬ ਦੁਆਰਾ ਬਣਾਏ ਗਏ ਸਿਧਾਂਤਾਂ ਵਿੱਚੋਂ ਇੱਕ ਹੈ ਕਿ ਸਿਵਾਏ ਆਪਣੀ ਪਤਨੀ ਤੋਂ ਹਰ ਇਸਤਰੀ ਨੂੰ ਆਪਣੀ ਮਾਂ ਧੀ ਮੰਨਣਾ। ਇਸ ਤੋਂ ਇਲਾਵਾ ਹਰ ਸੰਕਟ ਵਿੱਚ ਆਪਣਾ ਧਰਮ ਪੂਰਾ ਰੱਖਣਾ। ਇਹ ਜਸਟ ਬਹੁਤ ਛੋਟੇ ਪੁਆਇੰਟਸ ਕੱਢੇ ਨੇ, ਇਹਨਾਂ ਨਾਵਲਾਂ ਵਿੱਚੋਂ ਬਹੁਤ ਵੱਡੇ ਪੁਆਇੰਟਸ ਹੋਰ ਵੀ ਨਿਕਲ ਸਕਦੇ ਨੇ। ਇਹ ਜਸਟ ਇੱਕ ਇੰਟਰੋਡਕਸ਼ਨ ਟਾਈਪ ਸਰਵੇਖਣ। ਜਾਂ ਵਿਜੇ ਸਿੰਘ ਨਾਵਲ ਹੈ, ਇਹ ਸੁੰਦਰੀ ਨਾਵਲ ਤੋਂ ਬਾਅਦ ਇਹ ਪ੍ਰਕਾਸ਼ਿਤ ਹੋਇਆ। ਇਸ ਸਮੇਂ ਵਿੱਚ ਸਿੰਘ ਸਿੰਘਣੀਆਂ ਦੇ ਜਿਹੜੇ ਔਖੇ ਹਾਲਾਤ ਦੇ ਬਾਵਜੂਦ ਆਪਣੇ ਧਰਮ ਵਿੱਚ ਪੱਕੇ ਰਹਿਣ ਅਤੇ ਉੱਚਤਮ ਜੀਵਨ ਆਦਰਸ਼ਾਂ ਨੂੰ ਸੰਭਾਲਣ ਵਾਲਿਆਂ ਜਿਹੜੀਆਂ ਕਿ ਐਕਸਪਲੇਨ ਕੀਤਾ ਗਿਆ ਹੈ। ਜਿਵੇਂ ਸ਼ੀਲ ਕੌਰ, ਉਹ ਉਸਦੇ ਹਸਬੈਂਡ ਦੀ ਡੈਥ ਹੋ ਰਹੀ ਹੈ, ਅਖੀਰਲਾ ਵਕਤ ਹੈ, ਪਰ ਉਸ ਸਮੇਂ ਵੀ ਉਹ ਉਸਦੇ ਮੁਖ ਚੋਂ ਜਪਜੀ ਸਾਹਿਬ ਦਾ ਪਾਠ ਉਚਾਰ ਰਹੀ ਹੈ ਕਿ ਉਹ ਆਪਣੇ ਆਪ ਨੂੰ ਇੰਨੀਆਂ ਔਕੜਾਂ ਵਿੱਚ ਵੀ ਗੁਰੂ ਦਾ ਲੜ ਨਹੀਂ ਛੱਡਦੀ ਅਤੇ ਆਪਣੇ ਧਰਮ ਨੂੰ ਲਾਜ ਨਾ ਲੱਗਣ ਲਈ ਸੰਘਰਸ਼ ਕਰਦੀ ਹੈ।
ਤੇ ਸਤਵੰਤ ਕੌਰ ਨਾਵਲ ਇਹ ਨਾਵਲ ਸਤਵੰਤ ਕੌਰ ਦੇ ਜੀਵਨ ਗਾਥਾ ਨੂੰ ਪੇਸ਼ ਕਰਦਾ ਹੈ। ਇੱਕ ਸਿੱਖ ਲੜਕੀ ਕਿਵੇਂ ਔਕੜਾਂ ਵਿੱਚ ਵੀ ਬਹਾਦਰੀ ਤੇ ਸਿੱਦਕ ਨਾਲ ਧਰਮ ਦੀ ਪਾਲਣਾ ਹਿੱਤ ਸੰਘਰਸ਼ ਕਰਦੀ ਹੈ। ਭਾਈ ਵੀਰ ਸਿੰਘ ਵੱਲੋਂ ਆਪਣੀ ਲਿਖਤ ਵਿੱਚ ਇਸ ਨੂੰ ਬਹਾਦਰ, ਸੂਝਵਾਨ ਅਤੇ ਧਰਮ ਦੀ ਪੱਕੀ ਪੇਸ਼ ਕੀਤਾ ਹੈ, ਜੋ ਆਪਣਾ ਸਾਰਾ ਜੀਵਨ ਪੰਥ ਲਈ ਬਿਨਾਂ ਕਿਸੇ ਲੋਭ ਮੋਹ ਤੋਂ ਗੁਜ਼ਾਰਦੀ ਹੈ। ਗੁਰੂ ਸਾਹਿਬ ਵੱਲੋਂ ਬਖਸ਼ੇ ਜੀਵਨ ਆਦਰਸ਼ਾਂ ਦੀ ਪਾਲਣਾ ਲਈ ਸੰਘਰਸ਼ ਕਰਦੀ ਹੈ। ਕਿਸੇ ਨੂੰ ਦੁੱਖ ਵਿੱਚ ਦੇਖ ਕੇ ਸੇਵਾ ਭਾਵਨਾ ਰੱਖਣੀ ਅਤੇ ਆਪਣੇ ਪਰਾਏ ਦਾ ਕੋਈ ਭੇਦ ਨਾ ਰੱਖਣਾ, ਦੂਸਰੇ ਦੇ ਬਚਾਅ ਲਈ ਆਪਣੇ ਆਪ ਨੂੰ ਵੀ ਕਈ ਵਾਰ ਮੁਸੀਬਤ 'ਚ ਫਸਾ ਲੈਣਾ, ਅਜਿਹੇ ਕਾਰਜ ਕਰਨ ਨੂੰ ਆਪਣਾ ਫਰਜ਼ ਸਮਝਦੀ ਹੈ ਅਤੇ ਬਦਲੇ ਵਿੱਚ ਕੁਝ ਵੀ ਨਹੀਂ ਲੋਚਦੀ। ਇਹ ਨਾਵਲ ਜਿੱਥੇ ਇੱਕ ਸਿੱਖ ਔਰਤ ਦੀ ਬਹਾਦਰੀ ਜਾਂ ਗੁਰੂ ਦਾ ਸਿੱਖ ਹੋਣ ਦੀਆਂ ਮਿਸਾਲਾਂ ਦਿੰਦਾ, ਉੱਥੇ ਹੀ ਇੱਕ ਸੇਵਾ ਭਾਵਨਾ ਦੀ ਬਹੁਤ ਵੱਡੀ ਮਿਸਾਲ ਦਿੰਦਾ ਹੈ। ਬਾਬਾ ਨੌਧ ਸਿੰਘ ਨਾਵਲ, ਇਹ ਨਾਵਲ 19ਵੀਂ ਸਦੀ ਵਿੱਚ ਲੋਕਾਂ ਦੀ ਜਿਹੜੀ ਮਨੋਸਥਿਤੀ ਹੈ ਉਸ ਨੂੰ ਪੇਸ਼ ਕਰਦਾ ਹੈ ਕਿ ਜਿਸ ਸਮੇਂ ਵਿੱਚ ਭਾਈ ਵੀਰ ਸਿੰਘ ਵੀ ਜਿਹੜੀਆਂ ਚੀਜ਼ਾਂ ਨੂੰ ਫੇਸ ਕਰ ਰਹੇ ਸਨ, ਭਾਈ ਵੀਰ ਸਿੰਘ ਦੇ ਲੋਕ ਈਸਾਈ ਧਰਮ ਵੱਲ ਕਿਵੇਂ ਹੋ ਰਹੇ ਸੀ, ਉਸ ਚੀਜ਼ ਨੇ ਭਾਈ ਵੀਰ ਸਿੰਘ ਦੀ ਚਿੰਤਾ ਨੂੰ ਵਧਾਇਆ ਸੀ। ਤਾਂ ਹੀ ਉਹਨਾਂ ਨੇ ਆਪਣੀ ਲਿਖਤ ਰਾਹੀਂ ਸਿੱਖਾਂ ਨੂੰ ਗੁਰੂ ਸਾਹਿਬਾਨ ਦੁਆਰਾ ਦਿੱਤੇ ਅਨਮੋਲ ਖਜ਼ਾਨੇ ਗੁਰਬਾਣੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਖਾਲਸੇ ਨਾਲ ਮੁੜ ਜੋੜਨ ਦੇ ਯਤਨ ਕੀਤੇ, ਜੋ ਅੱਜ ਵੀ ਉਸੇ ਤਰ੍ਹਾਂ ਸਹਾਈ ਹਨ। ਇਹ ਨਾਵਲ ਜਿਹੜਾ ਬਾਬਾ ਨੌਧ ਸਿੰਘ ਨੇ, ਉਹ ਵੀ ਇੱਕ ਔਰਤ ਨੂੰ ਜੋ ਦੁੱਖ ਦੀ ਘਟਨਾ ਵਿੱਚ ਧਰਮ ਦੇ ਅਲੱਗ-ਅਲੱਗ ਧਰਮਾਂ ਨੂੰ ਅਪਣਾ ਕੇ ਉਸ ਨੂੰ ਕੋਈ ਰਾਹ ਨਹੀਂ ਮਿਲਦਾ, ਦਿਨ ਉਸ ਨੂੰ ਗੁਰੂ ਸਾਹਿਬ ਨਾਲ ਜੋੜਦੇ ਨੇ ਅਤੇ ਗੁਰਬਾਣੀ ਨਾਲ ਜੋੜਦੇ ਨੇ। ਬਾਬਾ ਨੌਧ ਸਿੰਘ ਨੂੰ ਵੀ ਇੱਕ ਪ੍ਰਚਾਰਕ ਵਜੋਂ ਦਿਖਾਇਆ ਗਿਆ ਹੈ ਕਿ ਉਹ ਸਿੱਖ ਨਾਲ ਜੋੜਨ ਲਈ ਕਿੰਨਾ ਯਤਨ ਕਰਦੇ ਨੇ। ਭਾਈ ਵੀਰ ਸਿੰਘ ਦੁਆਰਾ ਰਚਿਤ ਨਾਵਲ ਮੁੱਖ ਤੌਰ ਤੇ ਸਿੱਖਾਂ ਨੂੰ ਗੁਰੂ ਸਾਹਿਬ ਦੁਆਰਾ ਬਖਸ਼ੇ ਸਿੱਧਕ, ਬਹਾਦਰੀ, ਨਿਰਭੈਤਾ ਆਦਿ ਸਦਗੁਣਾਂ ਨੂੰ ਮੁੜ ਯਾਦ ਕਰਵਾਉਣ ਹਿੱਤ ਰਚੇ ਗਏ ਪ੍ਰਤੀਤ ਹੁੰਦੇ ਹਨ। ਗੁਰੂ ਸਾਹਿਬ ਦੇ ਦਰਬਾਰੀ ਸਿੰਘ ਸਿੰਘਣੀਆਂ ਦੇ ਜੀਵਨ ਨੂੰ ਕਾਲਪਨਿਕ ਨਾਇਕ-ਨਾਇਕਾਵਾਂ ਦੇ ਆਧਾਰ ਤੇ ਪੇਸ਼ ਕੀਤਾ ਹੈ। ਇਹ ਨਾਵਲ ਸਿੱਖ ਜਗਤ ਅੱਗੇ ਪੇਸ਼ ਕਰਦੇ ਹਨ ਕਿ ਗੁਰੂ ਸਾਹਿਬ ਤੇ ਸਿੱਖ ਦਾ ਕਿਰਦਾਰ ਕੀ ਹੁੰਦਾ ਹੈ, ਉਸ ਲਈ ਗੁਰੂ ਨੂੰ ਸਮਰਪਿਤ ਹੋਣਾ ਕਿੰਨਾ ਅਨੁਭਵਮਈ ਹੈ, ਆਪਣੇ ਧਰਮ ਵਿੱਚ ਸੱਚੇ ਅਤੇ ਸਮਰਪਿਤ ਹੋਣਾ ਜ਼ਰੂਰੀ ਹੈ, ਜੀਵਨ ਵਿੱਚ ਆਉਂਦੀਆਂ ਔਕੜਾਂ ਦਾ ਕਿਵੇਂ ਡਟ ਕੇ ਸਾਹਮਣਾ ਕਰਨਾ ਹੈ, ਹਰ ਹਾਲ ਵਿੱਚ ਗੁਰੂ ਤੇ ਭਰੋਸਾ ਰੱਖਣਾ ਹੈ ਤੇ ਇਸ ਦੇ ਨਾਲ ਹੀ ਗੁਰੂ ਤੋਂ ਵਾਂਝੇ ਸਿੱਖ ਦੀ ਮਨੋਸਥਿਤੀ ਨੂੰ ਪੇਸ਼ ਕਰਦਾ ਹੈ ਇਹ ਨਾਵਲ, ਜੋ ਬਾਅਦ ਵਿੱਚ ਗੁਰੂ ਦੇ ਓਟ ਆਸਰੇ ਨਾਲ ਜੀਵਨ ਦੇ ਜਿਹੜਾ ਅਸਲ ਆਨੰਦ ਹੈ ਉਸ ਨੂੰ ਮੰਨਦੇ ਹਨ। ਇਸ ਉਪਰੰਤ ਗੱਲ ਕਰਾਂਗੇ ਸਾਖੀ ਸਾਹਿਤ ਦੀ। ਭਾਈ ਵੀਰ ਸਿੰਘ ਵੱਲੋਂ ਗੁਰੂ ਸਾਹਿਬਾਨ ਨਾਲ ਸੰਬੰਧਿਤ ਛੋਟੀਆਂ-ਛੋਟੀਆਂ ਸਾਖੀਆਂ ਸਮੇਂ-ਸਮੇਂ ਤੇ ਛਾਪੀਆਂ ਜਾਂਦੀਆਂ ਸਨ, ਜੋ ਬਾਅਦ ਵਿੱਚ ਸੰਖਿਤ ਰੂਪ ਵਿੱਚ ਕਰਤੱਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਗੁਰੂ ਨਾਨਕ ਚਮਤਕਾਰ, ਅਸ਼ਟਗੁਰੂ ਚਮਤਕਾਰ, ਸ੍ਰੀ ਗੁਰੂ ਕਲਗੀਧਰ ਚਮਤਕਾਰ, ਗੁਰਬਾਲਮ ਸਾਖੀਆਂ ਪਾਤਸ਼ਾਹੀ ਪਹਿਲੀ ਅਤੇ ਗੁਰਬਾਲਮ ਸਾਖੀਆਂ ਪਾਤਸ਼ਾਹੀ 10ਵੀਂ ਅਜਿਹੇ ਕਾਰਜ ਨੇ ਜੋ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਦੀਆਂ ਘਟਨਾਵਾਂ, ਸਿਧਾਂਤਾਂ ਅਤੇ ਉਪਦੇਸ਼ਾਂ ਨੂੰ ਲੜੀਵਾਰ ਬਣ ਕੇ ਪੁਸਤਕ ਰੂਪ ਵਿੱਚ ਸਾਡੇ ਸਾਹਮਣੇ ਆਉਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਇਹਨਾਂ ਵਿੱਚੋਂ ਹਨ ਗੁਰਬਾਲਮ ਸਾਖੀਆਂ ਤੇ ਕਲਗੀਧਰ ਚਮਤਕਾਰ। ਇਹਦੇ ਵਿੱਚ ਮੈਂ ਇੱਕ ਲਿਸਟ ਗੁਰਬਾਲਮ ਸਾਖੀਆਂ ਜਿਹੜੀਆਂ ਪਾਤਸ਼ਾਹੀ 10ਵੀਂ ਹੈ, ਇਹਦੇ ਵਿੱਚ ਮੈਂ ਸਾਰੀ ਛੋਟੇ ਪੁਆਇੰਟਸ ਵਿੱਚ ਦਿੱਤਾ ਹੈ ਕਿ ਇਹ ਬਾਲਮ ਸਾਖੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਜਿਵੇਂ ਪ੍ਰਕਾਸ਼ ਦਾ ਸਮਾਂ ਸੀ, ਭਿੱਖਣ ਸ਼ਾਹ ਵੱਲੋਂ ਨਵਜਨਮੇ ਬੱਚੇ ਦੇ ਦਰਸ਼ਨ ਕਰਨਾ ਜਾਂ ਬਚਪਨ ਵਿਚਲੇ ਪਾਲਣ ਪੋਸ਼ਣ, ਬਚਪਨ ਦੇ ਚੋਜ, ਰੂਹਾਨੀ ਸਮਰੱਥਾ, ਛੋਟੀ ਉਮਰ ਵਿੱਚ ਹੀ ਪੰਡਿਤ ਸ਼ਿਵਦੱਤ ਨਾਲ ਵਿਚਾਰ ਗੋਸ਼ਟ, ਇਸ ਤਰ੍ਹਾਂ ਸਾਰਾ ਹੀ ਦਿੱਤਾ ਕਿ ਕਿਵੇਂ ਉਹਨਾਂ ਨੇ ਜਿਹੜੇ ਪਹਿਲਾ ਸਫ਼ਰ ਸੀਗਾ ਉਹਨਾਂ ਦਾ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਦਾ, ਹਰ ਪੜਾਅ ਦਾ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੇ ਗੁਰੂ ਸਾਹਿਬ ਦਾ ਅਨੰਦਪੁਰ ਸਾਹਿਬ ਦੀ ਜਿਹੜੀ ਸਿੱਖਿਆ, ਇੱਥੇ ਆ ਕੇ ਵਿਆਹ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ ਗੁਰਿਆਈ ਸੌਂਪਣਾ ਇਹਨਾਂ ਨੂੰ, 10ਵੇਂ ਗੁਰੂ ਸਾਹਿਬ ਦੀ ਜਿਹੜੀ ਦਸਤਾਰਬੰਦੀ ਜਾਂ ਇਸ ਤਰੀਕੇ ਨਾਲ ਅਤੇ ਛੋਟੀ ਉਮਰ ਵਿੱਚ ਜਿਹੜੀਆਂ ਜੰਗਾਂ ਜਾਂ ਜਿਹੜੇ ਇਹਨਾਂ ਨੇ ਵੱਡੇ ਫੈਸਲੇ ਲਏ ਉਹਨਾਂ ਬਾਰੇ ਇਸ ਵਿੱਚ ਜ਼ਿਕਰ ਕੀਤਾ ਗਿਆ ਹੈ। ਗੁਰੂ ਸਾਹਿਬ ਦੇ ਬਚਪਨ ਦੇ ਨਾਲ ਪਟਨਾ ਸਾਹਿਬ ਵਿੱਚ ਗੁਰੂ ਸਾਹਿਬ ਨਾਲ ਸੰਬੰਧਿਤ ਸਥਾਨਾਂ ਦੇ ਇਤਿਹਾਸ ਅਤੇ ਉਹਨਾਂ ਥਾਵਾਂ ਦੇ ਨਾਂ ਪੈਣ ਪਿਛਲੇ ਇਤਿਹਾਸ, ਗੁਰੂ ਸਾਹਿਬ ਦੀ ਪਹਿਲੀ ਯਾਤਰਾ ਦੇ ਰੂਟ ਅਤੇ ਪੜਾਵਾਂ ਵਾਲੇ ਸਥਾਨਾਂ ਦਾ ਇਤਿਹਾਸ ਮਿਲਦਾ ਹੈ। ਗੁਰੂ ਸਾਹਿਬ ਦੇ ਸਾਹਿਤ ਸਿਰਜਣਾ ਦੇ ਨਾਲ ਰਾਜਨੀਤਿਕ ਕਾਰਜਾਂ ਅਤੇ ਸ਼ਾਂਤੀ ਬਣਾਏ ਰੱਖਣ ਸੰਬੰਧੀ ਜਾਣਕਾਰੀ ਮਿਲਦੀ ਹੈ। ਇਹਨਾਂ ਬਾਲਮ ਸਾਖੀਆਂ ਵਿੱਚੋਂ ਗੁਰੂ ਸਾਹਿਬ ਦੇ ਬਚਪਨ ਅਤੇ ਉਸ ਸਮੇਂ ਦੇ ਸਿੱਖ ਇਤਿਹਾਸ ਦੀ ਜਾਣਕਾਰੀ ਹੀ ਨਹੀਂ ਮਿਲਦੀ, ਸਗੋਂ ਇਹ ਸਾਖੀਆਂ ਸਿੱਖ ਸਿਧਾਂਤਾਂ ਨੂੰ ਹੋਰ ਡੂੰਘਾਈ ਵਿੱਚ ਪੇਸ਼ ਕਰਦੀਆਂ ਹਨ। ਇਹ ਲਿਖਤ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਅਤੇ ਆਦਰਸ਼ਕ ਸਿੱਖਾਂ ਦੇ ਜੀਵਨ ਬਿਰਤਾਂਤਾਂ ਨੂੰ ਪੇਸ਼ ਕਰਦੀ ਹੈ। ਇਸ ਕਾਰਜ ਨੂੰ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਸਿਰਫ ਪੁਸਤਕ ਨਹੀਂ ਮੰਨਿਆ ਜਾ ਸਕਦਾ, ਸਗੋਂ ਇਹ ਸਿੱਖਾਂ ਲਈ ਇੱਕ ਇਤਿਹਾਸਕ ਸਰੋਤ ਸਿੱਧ ਹੋਏ ਹਨ। ਅਜਿਹੇ ਕਾਰਜਾਂ ਦੇ ਆਧਾਰ ਤੇ ਗੁਰੂ ਸਾਹਿਬ ਦੇ ਬਚਪਨ, ਉਹਨਾਂ ਦੇ ਜੀਵਨ ਅਤੇ ਉਹਨਾਂ ਦੀ ਸਿਧਾਂਤਕ ਸੋਚ ਨੂੰ ਹੋਰ ਚੰਗੇ ਢੰਗ ਨਾਲ ਸਮਝਿਆ ਜਾ ਸਕਦਾ ਹੈ। ਅੱਗੇ ਸ੍ਰੀ ਕਲਗੀਧਰ ਚਮਤਕਾਰ, ਇਸ ਦੇ ਵਿੱਚ ਮੈਂ ਪੂਰੀ ਲਿਸਟ ਦਿੱਤੀ ਹੈ ਕਿ ਭਾਈ ਵੀਰ ਸਿੰਘ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜੀਵਨ ਆ ਉਹ ਕਿਹੜੇ ਪੱਖ ਐਕਸਪਲੇਨ ਕੀਤੇ ਨੇ। ਉਹਨਾਂ ਨੇ ਸਟਾਰਟ ਕੀਤਾ ਹੇਮਕੁੰਟ ਸਾਹਿਬ ਤੋਂ। ਹੇਮਕੁੰਟ ਸਾਹਿਬ ਦਾ ਜਿਹੜਾ ਗੁਰੂ ਸਾਹਿਬ ਦਾ ਜੀਵਨ ਸੀ, ਜਾਂ ਉਸ ਤੋਂ ਬਾਅਦ ਜੋ ਮਾਤ ਲੋਕ ਚਾਹੁੰਦੇ ਨੇ, ਫਿਰ ਜੋ ਪਟਨੇ ਵਿਖੇ ਮਾਤਾ ਗੁਜਰੀ ਜੀ ਦੇ ਘਰ ਜਿਹੜਾ ਜਨਮ ਹੁੰਦਾ ਆ, ਉਸ ਤੋਂ ਲੈ ਕੇ ਇਹਨਾਂ ਨੇ ਗੁਰੂ ਸਾਹਿਬ ਦਾ
ਬਾਬਾ ਬੰਦਾ ਸਿੰਘ ਬਹਾਦਰ ਤੱਕ ਦਾ ਜਿਹੜਾ ਸਾਰਾ ਜੀਵਨ ਹੈ ਉਸ ਨੂੰ ਐਕਸਪਲੇਨ ਕੀਤਾ, ਹਰ ਪੱਖਾਂ ਨੂੰ ਇਹਨਾਂ ਨੇ ਐਕਸਪਲੇਨ ਕੀਤਾ ਹੈ। ਤੇ ਇਸ ਦੇ ਨਾਲ ਹੀ ਇਸ ਦੇ ਜਿਹੜਾ ਕਲਗੀਧਰ ਚਮਤਕਾਰ ਹੈ, ਇਹਦੇ ਪਿੱਛੇ ਜਿਹੜੇ 5-7 ਜਿਹੜੇ ਮੇਨ ਇੰਪੋਰਟੈਂਟ ਇਹਨਾਂ ਦੇ ਲੇਖ ਸੀਗੇ, ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਹੋਰ ਚੰਗੇ ਤਰੀਕੇ ਨਾਲ ਐਕਸਪਲੇਨ ਕਰਦੇ ਨੇ, ਉਹਨਾਂ ਦੀ ਲਿਸਟਿੰਗ ਦਿੱਤੀ ਹੈ ਕਿ ਜਿਹੜੇ 5 ਉਹਨਾਂ ਦੇ ਵਿੱਚ, ਕਿ ਇਹਨਾਂ ਦੇ ਵਿੱਚੋਂ ਸਾਨੂੰ ਜ਼ਫਰਨਾਮੇ ਦੇ ਨਾਲ ਰਿਲੇਟਡ ਸਾਰੀਆਂ ਚੀਜ਼ਾਂ ਮਿਲਦੀਆਂ ਨੇ, ਤੇ ਗੁਰੂ ਸਾਹਿਬ ਦੇ ਜਿਹੜੇ ਦਰਬਾਰੀ ਕਵੀ ਸੀ ਉਹਨਾਂ ਦਾ ਜੀਵਨ ਅਤੇ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਵੀ ਸਾਨੂੰ ਜਾਣਕਾਰੀ ਮਿਲਦੀ ਹੈ। ਭਾਈ ਵੀਰ ਸਿੰਘ ਦੇ ਸ਼ਬਦ ਹਨ ਕਿ ਅਸਲ ਵਿੱਚ ਇਹ ਪੁਸਤਕ ਇਤਿਹਾਸ ਮਾਤਰਾ ਨਹੀਂ, ਪਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਤੇ 10 ਗੁਰੂ ਸਾਹਿਬਾਨ ਦੀ ਸਿੱਖਿਆ ਦਾ ਇਤਿਹਾਸ ਦੀ ਬੋਲੀ ਵਿੱਚ ਅਨੁਵਾਦ ਹੈ। ਇਹ ਕਥਨ ਸਪਸ਼ਟ ਕਰਦੇ ਹਨ ਕਿ ਭਾਈ ਵੀਰ ਸਿੰਘ ਗੁਰੂ ਗੋਬਿੰਦ ਸਿੰਘ ਦਾ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਸਿੱਖ ਫਲਸਫੇ, ਸਿੱਖੀ ਜੀਵਨ ਜਾਂਚ, ਸਿੱਖ ਦੀ ਗੁਰੂ ਪ੍ਰਤੀ ਸ਼ਰਧਾ ਪਿਆਰ ਤੇ ਵਧੇਰੇ ਕੇਂਦਰਿਤ ਸਨ। ਇਹ ਕਾਰਜ ਇਤਿਹਾਸ, ਕਲਪਨਾ, ਸ਼ਰਧਾ ਅਤੇ ਭਗਤੀ ਭਾਵ ਦਾ ਜੋੜ ਹੈ। ਉਦਾਹਰਨ ਦੇ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਲਈ ਮੇਰਾ ਬਾਲਾ ਪ੍ਰੀਤਮ ਨਾ ਵਰਤਣਾ, ਇਹ ਲੇਖਕ ਦੀ ਸ਼ਰਧਾ ਅਤੇ ਧਾਰਮਿਕ ਭਗਤੀ ਭਾਵਨਾ ਨੂੰ ਪੇਸ਼ ਕਰਦਾ ਹੈ। ਇਸ ਦੇ ਨਾਲ ਇਹ ਵੀ ਮੰਨਣਾ ਪਏਗਾ ਕਿ ਲੇਖਕ ਵੱਲੋਂ ਇਤਿਹਾਸਕ ਪੱਖ ਤੋਂ ਵੀ ਕਾਰਜ ਨੂੰ ਬਹੁਤ ਡੂੰਘਾਈ ਨਾਲ ਕੀਤਾ ਗਿਆ। ਇਸ ਕਾਰਜ ਲਈ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਬਚਿੱਤਰ ਨਾਟਕ, ਜ਼ਫਰਨਾਮਾ, ਗੁਰਸੋਭਾ, ਜੋਤ ਵਿਗਾਸ, 100 ਸਾਖੀ, ਮਹਿਮਾ ਪ੍ਰਕਾਸ਼, ਗੁਰਬਿਲਾਸ, ਭਾਈ ਮਨੀ ਸਿੰਘ, ਜੰਗਨਾਮਾ, ਗੁਰੂ ਗੋਬਿੰਦ ਸਿੰਘ, ਬੰਸਾਵਲੀਨਾਮਾ ਆਦਿ ਅਜਿਹੇ ਸਰੋਤਾਂ ਦੀ ਵਰਤੋਂ ਕੀਤੀ ਹੈ ਕਿ ਜਿਹੜੇ ਕਿ ਇਤਿਹਾਸਕ ਪੱਖ ਨੇ ਉਹ ਹੋਰ ਸਪਸ਼ਟ ਹੋ ਸਕਣ। ਪਰੰਤੂ ਇਹਨਾਂ ਨੇ ਸਭ ਤੋਂ ਵੱਧ ਜਿਹੜਾ ਵਰਤਿਆ ਜਾਣ ਵਾਲਾ ਸਰੋਤ ਹੈ ਭਾਈ ਸੰਤੋਖ ਸਿੰਘ ਦੁਆਰਾ ਰਚਿਤ ਸੂਰਜ ਪ੍ਰਕਾਸ਼ ਅਤੇ ਗਿਆਨੀ ਗੋਬਿੰਦ ਸਿੰਘ ਜੀ ਦੀ ਰਚਨਾ। ਲੇਖਕ ਵੱਲੋਂ ਕਲਗੀਧਰ ਚਮਤਕਾਰ ਵਿੱਚ ਇੱਕ ਪਿਆਰ ਕਰਨ ਵਾਲੇ ਦੀ ਪ੍ਰੀਤਮ ਪ੍ਰਤੀ ਸ਼ਰਧਾ ਨੂੰ ਬਿਆਨ ਕਰਨ ਲਈ ਗੀਤ ਅਤੇ ਕਵਿਤਾਵਾਂ ਨੂੰ ਵੀ ਜੋੜਿਆ ਹੈ, ਜੋ ਭਾਈ ਵੀਰ ਸਿੰਘ ਦੇ ਅੰਦਰੂਨੀ ਪਿਆਰ ਤੇ ਸਿੱਖ ਦੀ ਰੂਹ ਦੀ ਆਵਾਜ਼ ਨੂੰ ਪੇਸ਼ ਕਰਦੇ ਹਨ। ਲੇਖਕ ਵੱਲੋਂ ਜੇਕਰ ਕਿਸੇ ਪੱਖ ਦੀ ਗੱਲ ਕੀਤੀ ਹੈ ਤਾਂ ਉਸ ਦੀ ਸਪਸ਼ਟਤਾ ਨੂੰ ਵੀ ਧਿਆਨ ਵਿੱਚ ਰੱਖਿਆ ਹੈ। ਜਿਵੇਂ ਹੇਮਕੁੰਟ ਸਾਹਿਬ ਵਿਚਲੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦਾ ਜ਼ਿਕਰ ਕੀਤਾ ਹੈ ਤਾਂ ਲੇਖਕ ਹੇਮਕੁੰਟ ਸਾਹਿਬ ਸਥਾਨ ਬਾਰੇ ਹੋਈ ਖੋਜ ਨੂੰ ਇਸ ਦਾ ਹਿੱਸਾ ਬਣਾ ਕੇ ਸਪਸ਼ਟਤਾ ਲਈ ਉੱਤਰਾਖੰਡ ਦਾ ਨਕਸ਼ਾ ਵੀ ਦਿੰਦੇ ਹਨ ਕਿ ਕਿੱਥੇ ਇਹ ਲੋਕੇਸ਼ਨ ਹੈ। ਇਸੇ ਤਰ੍ਹਾਂ ਹਰ ਪ੍ਰਸੰਗ ਦੀ ਐਂਟਰੀ ਵਿੱਚ ਫੁੱਟਨੋਟ ਵਜੋਂ ਪੂਰੀ ਜਾਣਕਾਰੀ ਦਿੱਤੀ ਹੈ। ਪ੍ਰਸੰਗ ਸਾਖੀ ਜਾਂ ਲੇਖ ਦੇ ਰੂਪ ਵਿੱਚ ਕਦੋਂ ਅਤੇ ਕਿੱਥੇ ਪ੍ਰਕਾਸ਼ਿਤ ਹੋਏ ਸਨ। ਭਾਈ ਵੀਰ ਸਿੰਘ ਵੱਲੋਂ ਜ਼ਫਰਨਾਮੇ ਸੰਬੰਧੀ ਜ਼ਿਕਰ ਕਰਦਿਆਂ ਇਸ ਲੇਖਕ ਦਾ ਮੂਲ ਅਤੇ ਟੀਕਾ ਵੀ ਦਰਜ ਕੀਤਾ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਰੂਹਾਨੀ ਸ਼ਖਸੀਅਤ ਨੂੰ ਸਮਝਣ ਦੇ ਲਈ ਸਹਾਈ ਹਨ। ਇਹਨਾਂ ਵੱਲੋਂ ਟੀਕੇ ਉੱਪਰ ਜ਼ਫਰਨਾਮੇ ਦੀ ਅੰਦਰਲੀ ਗਵਾਹੀ ਦੇ ਤੌਰ ਤੇ ਕਰੀਬ 2 ਦਰਜਨ ਅਜਿਹੇ ਪੱਖ ਕੱਢੇ ਹਨ ਜੋ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਨਾਲ-ਨਾਲ ਇਤਿਹਾਸਕ ਪੱਖ ਵੀ ਪੇਸ਼ ਕਰਦੇ ਹਨ। ਉਦਾਹਰਨ ਦੇ ਤੌਰ ਤੇ ਪਹਿਲੀ ਗੱਲ ਇਸ ਵਿੱਚੋਂ ਇਹ ਲੱਭਦੀ ਹੈ ਕਿ ਔਰੰਗਜ਼ੇਬ ਵੱਲੋਂ ਗੁਰੂ ਜੀ ਪਾਸ ਕੋਈ ਕਾਜੀ ਆਇਆ, ਇਸ ਚੀਜ਼ ਦਾ ਹਵਾਲਾ ਉਹਨਾਂ ਨੇ ਦਿੱਤਾ ਹੈ, ਜੋ ਗੁਰੂ ਸਾਹਿਬ ਕੋਲੋਂ ਜ਼ਫਰਨਾਮਾ ਲੈ ਕੇ ਗਿਆ। ਸੋ ਅਜਿਹੇ ਕਈ ਪੱਖ ਸਾਹਮਣੇ ਆਏ ਨੇ ਜੋ ਇਤਿਹਾਸਕ ਤੌਰ ਤੇ ਜ਼ਫਰਨਾਮੇ ਨਾਲ ਜੁੜੇ ਹੋਏ ਨੇ। ਸਮੁੱਚੇ ਤੌਰ ਤੇ ਇਹ ਲੇਖ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਰੂਹਾਨੀ, ਅਧਿਆਤਮਕ, ਬਹਾਦਰੀ ਆਦਿ ਪੱਖਾਂ ਦੇ ਨਾਲ-ਨਾਲ ਗੁਰੂ ਸਾਹਿਬ ਦੇ ਜੀਵਨ ਵਿੱਚ ਆਏ ਵਿਅਕਤੀਆਂ ਦੀਆਂ ਮਨੋਸਥਿਤੀਆਂ, ਉਹਨਾਂ ਦੇ ਮਨਾਂ ਦੀਆਂ ਗੁੰਝਲਾਂ ਨੂੰ ਵਿਚਾਰਨ ਤੇ ਸੁਲਝਾਉਣ, ਗੁਰਮਤਿ ਸਿਧਾਂਤ ਜੋ ਪਹਿਲੇ ਗੁਰੂ ਸਾਹਿਬਾਨ ਵੱਲੋਂ ਦੱਸੇ ਗਏ ਹਨ ਦਾ ਵਿਹਾਰਕ ਰੂਪ ਸਿੱਖਾਂ ਦੇ ਜੀਵਨ ਬਿਰਤਾਂਤ ਆਦਿ ਰਾਹੀਂ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ ਮਿਲ ਕੇ ਇੱਕ 7 ਔਖੀਆਂ ਰਾਤਾਂ ਇੱਕ ਲੇਖ ਹੈ, ਜਿਹੜਾ ਕਿ ਭਾਈ ਵੀਰ ਸਿੰਘ ਵੱਲੋਂ ਬਾਅਦ ਵਿੱਚ ਜਿਹੜਾ ਨਾਵਲ ਬਾਬਾ ਨੌਧ ਸਿੰਘ ਨਾਵਲ ਰਚਿਆ ਗਿਆ ਉਸ ਦਾ ਵੀ ਇਸ ਨੂੰ ਹਿੱਸਾ ਬਣਾਇਆ ਗਿਆ। ਇਹ ਜਿਹੜਾ ਨਾਵਲ ਹੈ ਇਹ ਲੇਖ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸੁਪਤਨੀ ਮਾਤਾ ਜੀਤੋ ਜੀ ਦੇ ਮਾਤਾ ਬੀਬੀ ਸਭਰਾਈ ਦਾ ਵਿਯੋਗ ਭਰੀ ਮਨੋਵਸਥਾ ਨੂੰ ਪੇਸ਼ ਕਰਦਾ ਹੈ ਕਿ ਕਿਵੇਂ ਮਾਤਾ ਸਭਰਾਈ ਆਪਣੇ ਪਤੀ, ਦੋਹਤਿਆਂ ਅਤੇ ਜਵਾਈ ਦੇ ਵਿਯੋਗ ਵਿੱਚ ਦੁਖੀ ਹੁੰਦੀ ਹੈ। ਮਾਤਾ ਸਭਰਾਈ ਗੁਰਬਾਣੀ ਦਾ ਓਟ ਆਸਰਾ ਲੈ ਕੇ ਕਿਵੇਂ ਸਭ ਤੋਂ ਉੱਪਰ ਉੱਠ ਪਰਮਾਤਮਾ ਦੀ ਸਾਜੀ ਸ੍ਰਿਸ਼ਟੀ ਦੇ ਸੱਚ ਤੋਂ ਭੇਦ ਹੁੰਦੀਆਂ ਸ਼ਾਂਤ ਅਵਸਥਾ ਵਿੱਚ ਹੁੰਦੀ ਹੈ। ਇਹ ਲੇਖ ਮਾਤਾ ਸਭਰਾਈ ਦੇ ਵਿਯੋਗ ਗ੍ਰਸਤ ਭਾਵਾਂ ਦੇ ਨਾਲ-ਨਾਲ ਗੁਰਮਤਿ ਜਾਂ ਗੁਰੂ ਸਾਹਿਬਾਨ ਦੀ ਬਾਣੀ ਵਿਚਲੇ ਮੁੱਖ ਉਪਦੇਸ਼ਾਂ ਨੂੰ ਪੇਸ਼ ਕਰਦਾ ਹੈ ਕਿ ਇਹ ਜੀਵਨ ਦੇ ਮੁੱਖ ਮੰਤਵ ਅਤੇ ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿਣ ਦਾ ਸੰਦੇਸ਼ ਦਿੰਦਾ ਹੈ। ਜਿਵੇਂ 9ਵੇਂ ਗੁਰੂ ਤੇਗ ਬਹਾਦਰ ਸਾਹਿਬ ਸੁਖ ਦੁੱਖ ਦੋਨੋਂ ਸੰਕਰ ਜਾਣੇ ਔਰ ਮਾਨ ਅਪਮਾਨਾ, ਹਰਖ ਸੋਕ ਤੇ ਰਹੇ ਅਤੀਤਾ, ਤਿੰਨ ਜਗ ਤਤ ਪਛਾਣਾ ਰਾਹੀਂ ਹਰ ਹਾਲਾਤ ਵਿੱਚ ਆਪਣੀ ਮਨਸਥਿਤੀ ਨੂੰ ਸਮਾਨ ਰੱਖਣ ਦਾ ਸੰਦੇਸ਼ ਦਿੰਦੇ ਹਨ। ਤੇ ਇਸ ਤੋਂ ਬਾਅਦ ਜਿਹੜੇ ਭਾਈ ਵੀਰ ਸਿੰਘ ਵੱਲੋਂ ਕਾਰਜ ਦੀ ਸੰਪਾਦਨਾ ਕੀਤੀ ਗਈ ਹੈ ਉਸ ਦੀ ਲਿਸਟਿੰਗ ਕੀਤੀ ਹੈ ਕਿ ਇਹਨਾਂ ਨੇ ਜਿਹੜਾ ਜਿਵੇਂ ਲਾ ਲਓ ਪ੍ਰਾਚੀਨ ਪੰਥ ਪ੍ਰਕਾਸ਼, ਗੰਜਨਾਮਾ, ਮਾਲਵਾ ਦੇਸ਼ ਰਟਨ ਦੀ ਸਾਖੀ ਪੋਥੀ, ਦੇਵੀ ਪੂਜਨ ਪੜਤਾਲ, ਮੈਨੂੰ ਇਹ ਚੀਜ਼ ਮਹਿਸੂਸ ਹੋਈ ਕਿ ਜੇਕਰ ਇਹਨਾਂ ਨੇ ਇਹਨਾਂ ਕਾਰਜਾਂ ਦੀ ਸੰਪਾਦਨਾ ਕੀਤੀ ਹੈ ਤੇ ਇਹ ਸਾਡੇ ਲਈ ਜ਼ਿਆਦਾ ਰੱਖਦੇ ਨੇ ਵੈਲਿਊ, ਕਿਉਂਕਿ ਉਹਨਾਂ ਦੇ ਹਿਸਾਬ ਨਾਲ ਇਹ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਲਾਈਫ ਨੂੰ ਬਿਆਨ ਕਰਨ ਲਈ ਜ਼ਰੂਰੀ ਹਨ। ਮਾਲਵਾ ਦੇਸ਼ ਰਟਨ ਦੀ ਜਿਹੜੀ ਸਾਖੀ ਪੋਥੀ ਹੈ ਦਾ ਇਹ ਰਚਨਾ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਲਵਾ ਇਲਾਕੇ ਦੀਆਂ ਯਾਤਰਾਵਾਂ ਨਾਲ ਸੰਬੰਧਿਤ ਹੈ।
ਸੰਪਾਦਕ ਵੱਲੋਂ ਇਹਨਾਂ ਸਾਖੀਆਂ ਦੀ ਹੋਰ ਸਪਸ਼ਟਤਾ ਲਈ ਗੁਰਧਾਮਾਂ ਦੇ ਨਾਮ ਅਤੇ ਸਥਾਨਾਂ ਦੇ ਪਤੇ ਵੀ ਸਾਖੀਆਂ ਹੇਠ ਦਿੱਤੇ ਹਨ। ਪ੍ਰਾਚੀਨ ਪੰਥ ਪ੍ਰਕਾਸ਼ ਇਹ ਕਿਰਤ ਭਾਈ ਰਤਨ ਸਿੰਘ ਪੰਗੂ ਭਾਈ ਵੀਰ ਸਿੰਘ ਵੱਲੋਂ ਪਹਿਲੀ ਵਾਰ ਪ੍ਰਕਾਸ਼ਿਤ ਕੀਤਾ ਗਿਆ ਸੀ, ਜੋ ਗੁਰੂ ਨਾਨਕ ਸਾਹਿਬ ਤੋਂ ਸਿੱਖ ਮਿਸਲਾਂ ਤੱਕ ਦੇ ਇਤਿਹਾਸ ਨੂੰ ਪੇਸ਼ ਕਰਦੇ ਹਨ, ਜਿਸ ਵਿੱਚ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਹੋਰ ਡੂੰਘਾਈ ਨਾਲ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਦੇਵੀ ਪੂਜਨ ਪੜਤਾਲ ਇਹ ਗੁਰੂ ਪ੍ਰਤਾਪ ਸੂਰਜ ਗ੍ਰੰਥ ਦਾ ਹਿੱਸਾ ਹੈ ਤੇ ਇਸ ਉੱਪਰ ਹੋਈ ਖੋਜ ਦਾ ਪੁਨਰ ਪ੍ਰਕਾਸ਼ਨ ਹੈ ਜਿਹੜਾ ਭਾਈ ਵੀਰ ਸਿੰਘ ਜੀ ਨੇ ਕੀਤਾ ਹੈ। ਇਸ ਪੁਸਤਕ ਵਿੱਚ ਸਿੱਖ ਧਰਮ ਵਿੱਚ ਦੇਵੀ ਪੂਜਨ ਸੰਬੰਧੀ ਖੋਜ ਦਰਜ ਹੈ ਕਿ ਗੁਰੂ ਸਾਹਿਬ ਦੇਵੀ ਦੇ ਉਪਾਸ਼ਕ ਸਨ, ਕਿ ਗੁਰੂ ਸਾਹਿਬ ਦੇਵੀ ਨੂੰ ਅਕਾਲ ਰੂਪ ਮੰਨਦੇ ਸਨ। ਗੁਰੂ ਸਾਹਿਬ ਦੇ ਰਚਨਾਵਾਂ ਵਿੱਚ ਜਿਹੜਾ ਦੇਵੀ ਦੇਵਤਿਆਂ ਦਾ ਪ੍ਰਸੰਗ ਹੈ ਉਹ ਕਿਸ ਪੱਖ ਤੋਂ ਕੀਤਾ ਗਿਆ ਹੈ। ਉਦਾਹਰਨ ਦੇ ਤੌਰ ਤੇ ਉਹਨਾਂ ਸਾਰੇ ਵਿਚਾਰਾਂ ਅਤੇ ਖੋਜ ਭਰਪੂਰ ਪੱਖਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ, ਜੋ ਸਿੱਧ ਕਰ ਸਕਣ ਕਿ ਗੁਰਮਤਿ ਵਿੱਚ ਵੱਖਰੇ ਤੌਰ ਤੇ ਦੇਵੀ ਦੀ ਪੂਜਾ ਨਹੀਂ ਹੈ, ਨਾ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਵਾਕਾਂ ਵਿੱਚ ਹੈ। ਇਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਉਪਾਸਕ ਸਿੱਧ ਕਰਨ ਵਾਲੇ ਇਤਿਹਾਸਕਾਰਾਂ ਦੀਆਂ ਚਲਾਕੀਆਂ ਨੂੰ ਪੇਸ਼ ਕੀਤਾ ਗਿਆ ਹੈ, ਕਿਵੇਂ ਆਪਣੇ ਅਨੁਸਾਰ ਘਟਨਾਵਾਂ ਦੇ ਭਾਵ ਅਰਥ ਉਹ ਕਰਦੇ ਹਨ। ਗੰਜਨਾਮਾ ਇਹ ਗੁਰੂ ਗੋਬਿੰਦ ਸਾਹਿਬ ਦੇ ਹਜ਼ੂਰੀ ਜਿਹੜੇ ਕਵੀ ਸੀਗੇ ਭਾਈ ਨੰਦ ਲਾਲ ਜੀ ਗੋਇਆ ਉਹਨਾਂ ਦੀ ਲਿਖਤ ਹੈ। ਇਹਨਾਂ ਵਿੱਚ ਗੁਰੂ ਸਾਹਿਬਾਨ ਦੀ ਸਿਫਤ ਸਲਾਹ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਤੋਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਉਹਨਾਂ ਦੇ ਮੌਜੂਦਾ ਜਿਹੜਾ ਉਹਨਾਂ ਦਾ ਕਵੀ ਸੀ ਉਸ ਵੱਲੋਂ ਕਿਵੇਂ ਦਾ ਗੁਣਗਾਨ ਕੀਤਾ ਗਿਆ ਉਸ ਬਾਰੇ ਸਾਨੂੰ ਜਾਣਕਾਰੀ ਮਿਲਦੀ ਹੈ। ਸਮੁੱਚੇ ਤੌਰ ਤੇ ਕਹਿ ਸਕਦੇ ਹਾਂ ਕਿ ਧਾਰਮਿਕ ਹੋਂਦ ਲਈ ਜਿੱਥੇ ਹੋਰ ਪੱਖ ਜ਼ਰੂਰੀ ਹਨ, ਉੱਥੇ ਸਾਹਿਤਕ ਕਾਰਜ ਬਹੁਤ ਵੱਡਾ ਯੋਗਦਾਨ ਹੈ। ਭਾਈ ਵੀਰ ਸਿੰਘ ਵੱਲੋਂ ਕੀਤੇ ਗਏ ਮਹਾਨ ਕਾਰਜ ਸਦੀਆਂ ਤੱਕ ਸਿੱਖਾਂ ਲਈ ਨਿਰਦੇਸ਼ਕ ਸਿੱਧ ਹੋਣਗੇ। ਅਜਿਹੀਆਂ ਲਿਖਤਾਂ ਗੁਰੂ ਸਾਹਿਬਾਨ ਦੇ ਜੀਵਨ ਅਤੇ ਉਹਨਾਂ ਦੇ ਰਹੱਸਮਈ ਪੱਖਾਂ ਨੂੰ ਉਭਾਰਦੀਆਂ ਹਨ। ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਕਾਵ ਸੰਗ੍ਰਹਿ ਰਾਹੀਂ ਪੇਸ਼ ਕਰਨਾ, ਇੱਕ ਨਦੀ ਦੇ ਅਹਿਸਾਸ ਨੂੰ ਪ੍ਰਤੀਕ ਵਜੋਂ ਲੈ ਕੇ ਪ੍ਰੇਮੀ ਦੇ ਮਨੋਭਾਵ ਪੇਸ਼ ਕਰਨੇ ਅਤੇ ਸੱਚੇ ਪ੍ਰੇਮੀ ਉੱਪਰ ਗੁਰੂ ਮਹਾਰਾਜ ਦੀਆਂ ਹੋਈਆਂ ਬਖਸ਼ਿਸ਼ਾਂ ਨੂੰ ਨਿਵੇਕਲੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਨਾਵਲਾਂ ਵਿੱਚ ਗੁਰੂ ਮਹਾਰਾਜ ਵੱਲੋਂ ਪੈਦਾ ਕੀਤੀ ਗਈ ਨਿਰਭਉ ਨਿਰਵੈਰ ਦੀ ਰੂਹ ਦੀਆਂ ਉਦਾਹਰਨਾਂ ਪੇਸ਼ ਹੋਈਆਂ ਹਨ, ਕਿਵੇਂ ਸਿੰਘ ਸਿੰਘਣੀਆਂ ਆਪਣੇ ਆਪ ਨੂੰ ਗੁਰੂ ਸਾਹਿਬ ਦਾ ਸਿੱਖ ਸਮਝਦੀਆਂ ਹੋਈਆਂ ਮਾੜੇ ਤੋਂ ਮਾੜੇ ਵਕਤ ਦਾ ਡਟ ਕੇ ਸਾਹਮਣਾ ਕਰਦੀਆਂ ਹਨ, ਬਹਾਦਰੀ ਨਾਲ ਆਪਣੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਮੌਤ ਤੱਕ ਲਈ ਤਿਆਰ ਹਨ, ਪਰੰਤੂ ਗੁਰੂ ਸਾਹਿਬ ਦੇ ਦਿੱਤੇ ਸਿਧਾਂਤਾਂ ਤੋਂ ਬਾਹਰ ਚੱਲਣਾ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਗੁਰੂ ਗੋਬਿੰਦ ਸਾਹਿਬ ਦਾ ਜੀਵਨ ਸਾਨੂੰ ਕਲਗੀਧਰ ਚਮਤਕਾਰ ਅਤੇ ਬਾਲਮ ਸਾਖੀਆਂ ਤੋਂ ਸਾਨੂੰ ਵਿਸਥਾਰ ਸਹਿਤ ਮਿਲਦਾ ਹੈ। ਇਸ ਤਰ੍ਹਾਂ ਭਾਈ ਵੀਰ ਸਿੰਘ ਵੱਲੋਂ ਜੋ ਕਾਰਜ ਸੰਪਾਦਿਤ ਕੀਤੇ ਗਏ ਹਨ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਹੋਰ ਗੰਭੀਰਤਾ ਨਾਲ ਸਮਝਣ ਵਿੱਚ ਸਹਾਈ ਹੁੰਦੇ ਹਨ। ਭਾਈ ਵੀਰ ਸਿੰਘ ਆਪਣੀਆਂ ਲਿਖਤਾਂ ਰਾਹੀਂ ਗੁਰੂ ਸਾਹਿਬਾਨ ਦੇ ਸਿਧਾਂਤਾਂ ਤੋਂ ਸਿੱਖ ਜਗਤ ਨੂੰ ਜਾਣੂ ਕਰਵਾਉਣਾ ਚਾਹੁੰਦੇ ਸਨ। ਇਹਨਾਂ ਦੀਆਂ ਲਿਖਤਾਂ ਨੇ ਉਸ ਸਮੇਂ ਸਿੱਖਾਂ ਦੇ ਨੈਤਿਕ ਆਚਰਣ ਅਤੇ ਭਰੋਸੇ ਵਿੱਚ ਆਈ ਗਿਰਾਵਟ ਨੂੰ ਖਤਮ ਕਰਕੇ ਕੌਮ ਵਿੱਚ ਮੁੜ ਤੋਂ ਉਤਸ਼ਾਹ ਭਰਿਆ। ਇਹ ਲਿਖਤਾਂ ਅੱਜ ਵੀ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖ ਸਿਧਾਂਤਾਂ ਨੂੰ ਸਮਝਣ ਲਈ ਸਹਾਈ। ਬਹੁਤ ਬਹੁਤ ਧੰਨਵਾਦ।